दासो कंद रामदास अर्जन गुरु बर श्री हरगोबिंद हरि राय हर कृष्ण गुर तेग बहादुर चंद दसवें गोविंद सिंह गुरु नमो जोर कर बंद जिसमें अमृत ज्ञान है मानक भगत वैराग गुरु ग्रंथ साहिब उदद बंदों कर अनुराग कहाँ बुद्ध प्रभ तुच्छ हमारी बरन सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी। सतनाम वाहिगुरु साहिब जी दोहरा हम पातशाही सतगुर दई हन्नै हन्नै लाई जह जह बह जमीन मल तह तह तखत बनाई। वाहिगुरु जी का खालसा वाहिगुरु जी की फतेह। सतगुरां दी साजी नवाजी गुरु रूप गुरु खालसा साध संगत जीओ जिनके भाग बड़े हैं भाई तिन साधु संग मुख जुरे जिन्हां दे बहुत ਵੱਡੇ ਭਾਗ ਹੁੰਦੇ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠਣ ਦਾ ਕਥਾ ਕੀਰਤਨ ਸੁਣਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਕਰਦਾ ਹੈ। ਅੱਜ ਕੱਤਕ ਦੀ ਸੰਗਰਾਂਦ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਕੱਤਕ ਦੇ ਮਹੀਨੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਹੈ। ਭਾਈ ਗੁਰਦਾਸ ਜੀ ਦੇ ਬਚਨ ਹਨ ਕਾਰਤਕ ਮਾਸ ਰੁੱਤ ਸ਼ਰਦ ਪੂਰਨਮਾਸ਼ੀ 8 ਜਾਮ 60 ਕਰੀ ਆਜ ਤੇਰੀ ਬਾਰੀ ਹੈ। ਕੱਤਕ ਦਾ ਮਹੀਨਾ ਹੈ, ਸ਼ਰਦ ਰੁੱਤ ਹੈ, ਪੂਰਨਮਾਸ਼ੀ ਦੀ ਰਾਤ ਹੈ। ਅੱਜ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਆਉਣ ਦਾ ਸਮਾਂ ਹੈ। ਇਹ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਬਚਨ ਆਏ ਨੇ। ਕਾਰਤਕ ਮਾਸ, ਕਾਰਤਕ ਮੈਨੇ ਕੱਤਕ ਦਾ ਮਾਸ ਮਹੀਨਾ, ਰੁੱਤ ਸ਼ਰਦ, ਸ਼ਰਦ ਰੁੱਤ ਹੈ, ਪੂਰਨਮਾਸ਼ੀ, ਪੂਰਨਮਾਸ਼ੀ ਦੀ ਰਾਤ ਹੈ। ਸੋ ਇਹ ਕੱਤਕ ਨੂੰ ਬੜੇ ਹੀ ਵਿਸ਼ੇਸ਼ ਮਹੱਤਵ ਦੇ ਨਾਲ ਸਾਡੇ ਭਾਰਤ ਦੇਸ਼ ਵਿੱਚ ਵੀ ਮੰਨਿਆ ਜਾਂਦਾ ਹੈ। ਕੱਤਕ ਦੇ ਮਹੀਨੇ ਦੀ ਸਤਿਗੁਰੂ ਪਾਤਸ਼ਾਹ ਜੀ ਨੇ 2 ਜਗ੍ਹਾ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ 2 ਜਗ੍ਹਾ ਤੇ ਦਸਮ ਦੇ ਵਿੱਚ ਵਿਆਖਿਆ ਕੀਤੀ ਹੈ। ਸਭ ਤੋਂ ਪਹਿਲਾਂ 12ਵਾਂ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਕੱਤਕ ਕਿਰਤ ਪਿਆ ਜੋ ਪ੍ਰਭ ਪਾਇਆ। ਮੱਥੇ ਤੇ ਵਾਹਿਗੁਰੂ ਨੇ ਜੋ ਜੋ ਕਿਸੇ ਦੇ ਲੇਖ ਲਿਖ ਦਿੱਤੇ ਨੇ, ਵਾਹਿਗੁਰੂ ਦੀ ਮਨਜ਼ੂਰੀ ਨਾਲ ਹੀ ਸਾਡੇ ਸਾਰਿਆਂ ਦੇ ਕਰਮ ਬਣੇ ਨੇ। ਜਿੱਥੇ ਜਿੱਥੇ ਉਹਨੇ ਲਾਇਆ ਹੈ ਉੱਥੇ ਉੱਥੇ ਜੀਭ ਲੱਗੇ ਹੋਏ ਨੇ। ਤੇ 5ਵੇਂ ਜਾਮੇ ਵਿੱਚ ਗੁਰੂ ਸਾਹਿਬ ਨੇ ਜੋ 12ਵਾਂ ਉਚਾਰਨ ਕੀਤਾ ਉਹਦੀ ਭੂਮਿਕਾ ਸੰਪਰਦਾਇ ਵਿੱਚ ਗਿਆਨੀ ਸਿੰਘ ਇਉਂ ਦੱਸਦੇ ਨੇ ਬਈ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਮੁਸਲਮਾਨ ਆਪਣੇ ਤਰੀਕੇ ਨਾਲ, ਹਿੰਦੂ ਆਪਣੇ ਤਰੀਕੇ ਨਾਲ ਮਹੀਨੇ ਦੀ ਸ਼ੁਰੂਆਤ ਕਰਦੇ ਨੇ, ਆਪਣੇ ਆਪਣੇ ਤਰੀਕੇ ਨਾਲ ਮੰਦਰਾਂ ਮਸੀਤਾਂ ਧਰਮ ਸਥਾਨਾਂ 'ਤੇ ਪੂਜਾ ਪਾਠ ਕਰਦੇ ਨੇ। ਨਵਾਂ ਮਹੀਨਾ ਚੜ੍ਹਨ 'ਤੇ ਗੁਰੂ ਘਰ ਦੀ ਕੀ ਮਰਜ਼ਾਦਾ ਹੈ। ਤਾਂ ਮਹਾਰਾਜ ਪੰਚਮ ਪਾਤਸ਼ਾਹ ਨੇ ਬਚਨ ਕੀਤੇ, ਭਾਈ ਤੁਸੀਂ ਕੀਰਤਨ ਕਰਿਆ ਕਰੋ। ਸੰਗਰਾਂਦ ਵਾਲੇ ਦਿਨ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਜੋੜ ਮੇਲਾ ਕਰਿਆ ਕਰੋ, ਭਜਨ ਕਰਿਆ ਕਰੋ, ਬਾਣੀ ਪੜ੍ਹਿਆ ਕਰੋ। ਜੇ ਹੋ ਸਕੇ ਤੇ ਗੁਰੂ ਨਾਨਕ ਦੇਵ ਜੀ ਨੇ ਜੋ 12ਵਾਂ ਉਚਾਰਿਆ ਹੈ ਉਹਦੀ ਕਥਾ ਕਰ ਲਿਆ ਕਰੋ। ਤਾਂ ਉਸ ਵੇਲੇ ਪ੍ਰੇਮੀ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਜੀ ਜਿਹੜਾ 12ਵਾਂ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ ਉਹ ਬੜੀ ਉੱਚੀ ਅਵਸਥਾ ਵਾਲਿਆਂ ਵਾਸਤੇ ਹੈ। ਜਿਨ੍ਹਾਂ ਦੀ ਪ੍ਰੇਮ ਦੀ ਅਵਸਥਾ ਹੋਵੇ,
ਜਿਹੜੇ ਇੱਕ ਘੜੀ ਵੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਤੋਂ ਨਾ ਵਿਛੜੇ ਹੋਣ, ਉਹਨਾਂ ਦੇ ਅੰਦਰਲੀ ਬਿਰਹਾ ਦੀ ਉਹਦੇ ਵਿੱਚ ਵਿਆਖਿਆ ਹੈ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਮਨ ਫੂਲੈ ਮੰਝ ਬਾਰ ਮੈਂ ਫਿਰ ਘਰ ਬਾਹੜੇ, ਫਿਰ ਘਰ ਨਹੀਂ ਆਵੈ ਤਨ ਕਿਉਂ ਸੁਖ ਪਾਵੈ, ਬਿਰਹਿ ਵਿਰੋਧ ਤਨ ਛੀਜੈ ਕੋਕਿਲ ਅੰਬ ਸੁਹਾਵੀ ਬੋਲੈ। ਇੱਦਾਂ ਦੇ ਭਾਵਪੂਰਤ ਜਿਹੜੇ ਸ਼ਬਦ ਨੇ, ਉਹਨਾਂ ਦੀ ਜਿਹੜੀ ਪਕੜ ਹੈ ਉਹ ਹਰ ਬੰਦੇ ਨੂੰ ਨਹੀਂ ਹੁੰਦੀ। ਤੁਸੀਂ ਐਸਾ ਕੋਈ ਸ਼ਬਦ 12ਵਾਂ ਉਚਾਰੋ ਜਿਹੜਾ ਸਾਰਿਆਂ ਦੀ ਸਮਝ ਵਿੱਚ ਆ ਜਾਵੇ, ਸਾਰਿਆਂ ਦੀ ਪਕੜ ਵਿੱਚ ਆ ਜਾਵੇ, ਸਧਾਰਨ ਬੁੱਧੀ ਵਾਲਿਆਂ ਦਾ ਵੀ ਭਲਾ ਹੋ ਜਾਵੇ। ਤਾਂ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ ਇਹ 12ਵਾਂ ਉਚਾਰਨ ਕੀਤਾ, ਜਿਹਦੇ ਪਹਿਲੇ ਬਚਨ ਨੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ, ਅਸੀਂ ਆਪਣੇ ਕੀਤੇ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਹੋਏ ਹਾਂ, ਮਿਹਰ ਕਰ, ਦਇਆ ਕਰ, ਤਰਸ ਕਰਕੇ ਸਾਨੂੰ ਆਪਣੇ ਨਾਲ ਮੇਲ ਲੈ। ਇਹ 12ਵਾਂ ਜਿਹੜਾ 12ਵਾਂ ਮਾਝ ਮਹੱਲਾ 5ਵਾਂ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹਦੇ ਵਿੱਚੋਂ ਜੋ ਅੱਜ ਦੇ ਪ੍ਰਥਾਏ ਬਚਨ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਅਸੀਂ ਕੋਈ ਵੀ ਦੁੱਖ ਆਉਂਦਾ ਹੈ, ਕੋਈ ਮੁਸੀਬਤ ਆਉਂਦੀ ਹੈ, ਉਹਦਾ ਦੋਸ਼ ਦੂਜਿਆਂ ਦੇ ਸਿਰ ਮੜ ਦਿੰਦੇ। ਫਲਾਣੇ ਬੰਦੇ ਨੇ ਮੇਰੇ ਨਾਲ ਆਹ ਕੀਤਾ ਤਾਂ ਇੱਦਾਂ ਹੋਇਆ। ਗੁਰਦੇਵ ਕਹਿੰਦੇ ਨਹੀਂ ਭਾਈ, ਤੇਰੇ ਆਪਣੇ ਕਰਮਾਂ ਦਾ ਹੀ ਤੈਨੂੰ ਫਲ ਮਿਲਿਆ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਕਰ ਰਹੇ ਹਾਂ ਉਹੀ, ਜੋ ਬੀਜਾਂਗੇ ਉਹੀ ਵੱਢਣਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਧੜਾ ਖੇਤ, ਤੇ ਕਰਮਾਂ ਦਾ ਖੇਤ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਜੇ ਵਾਹਿਗੁਰੂ ਤੋਂ ਭੁੱਲਾਂਗੇ ਤੇ ਸਾਰੇ ਰੋਗ ਬਿਮਾਰੀਆਂ ਦੁੱਖ ਲੱਗ ਜਾਣਗੇ। ਸਾਰੇ ਦੁੱਖਾਂ ਦਾ ਕਾਰਨ ਪਰਮੇਸ਼ਰ ਤੋਂ ਬੇਮੁਖ ਹੋਣਾ ਹੈ। ਔਰ ਕਹਿੰਦੇ ਇੱਕ ਵਾਰੀ ਸਾਰੇ ਮਹਾਂਪੁਰਸ਼ਾਂ ਦੀ ਮੀਟਿੰਗ ਹੋਈ, ਬੜੇ ਬੜੇ ਤਤ ਬੇਤੇ ਸਾਧੂ ਮਹਾਂਪੁਰਸ਼ ਇਕੱਤਰ ਹੋਏ, ਵਿਚਾਰ ਕਰਨ ਲੱਗੇ ਵੀ ਪਾਪ ਕਿਹੜਾ ਵੱਡਾ ਹੈ। ਕਿਸੇ ਨੇ ਆਖਿਆ ਜੂਆ ਖੇਡਣਾ ਬੜਾ ਵੱਡਾ ਪਾਪ ਹੈ, ਕਿਸੇ ਨੇ ਆਖਿਆ ਚੋਰੀ ਕਰਨੀ ਬੜਾ ਵੱਡਾ ਪਾਪ ਹੈ, ਕਿਸੇ ਮਹਾਂਪੁਰਸ਼ ਨੇ ਕਿਹਾ ਕਿਸੇ ਦੀ ਹੱਤਿਆ ਕਰ ਦੇਣੀ, ਕਿਸੇ ਦਾ ਕਤਲ ਕਰ ਦੇਣਾ, ਇਹ ਵੀ ਬੜਾ ਵੱਡਾ ਪਾਪ ਹੈ। ਕਿਸੇ ਨੇ ਆਖਿਆ ਬਲਾਤਕਾਰ ਕਰਨਾ ਪਾਪ ਕਰਮ ਹੈ ਬਹੁਤ ਵੱਡਾ। ਇਸੇ ਤਰ੍ਹਾਂ ਹੋਰ ਪਾਪਾਂ ਦੇ ਬੜੇ ਖੁਲਾਸੇ ਕੀਤੇ ਵਿਦਵਾਨਾਂ ਨੇ। ਉਹਨਾਂ ਵਿੱਚੋਂ ਜਿਹੜੇ ਤਤ ਬੇਤੇ ਪੂਰਨ ਪੁਰਸ਼ ਸਨ, ਉਹਨਾਂ ਨੇ ਸਭ ਤੋਂ ਲਾਸਟ ਵਿੱਚ ਇਹ ਬਚਨ ਕਹੇ ਕਿ ਭਾਈ ਠੀਕ ਹੈ ਸਾਰੇ ਪਾਪ ਹਨ, ਪਰੰਤੂ ਪਰਮੇਸ਼ਰ ਨੂੰ ਭੁਲਾ ਦੇਣਾ ਸਭ ਤੋਂ ਵੱਡਾ ਪਾਪ ਹੈ, ਜਿਸ ਨੂੰ ਭੁਲਾਣ ਕਰਕੇ ਸਾਰੇ ਹੀ ਪਾਪ ਜੀਵ ਨੂੰ ਵਿਆਪ ਜਾਂਦੇ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਵਾਹਿਗੁਰੂ ਪਰਮੇਸ਼ਰ ਤੋਂ ਭੁੱਲਣ ਕਰਕੇ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਆ, ਜੀਵ ਨੂੰ ਦੁੱਖ ਸੰਤਾਪ ਘੇਰ ਲੈਂਦੇ ਆ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹੜੇ ਮਾਇਆ ਦੇ ਪਦਾਰਥ ਹਨ, ਵਿਸ਼ੇ ਵਿਕਾਰ ਹਨ, ਇਹ ਉਹਨਾਂ ਚਿਰ ਮਿੱਠੇ ਲੱਗਦੇ ਜਿੰਨਾ ਚਿਰ ਇਹਨਾਂ ਦਾ ਵਿਹਾਰ ਚੱਲਦਾ ਹੈ, ਬਾਅਦ ਵਿੱਚ ਇਹ ਫਿੱਕੇ ਹੁੰਦੇ ਹਨ। ਜਦੋਂ ਜੀਵ ਨੂੰ ਜੰਮ ਲੈਣ ਆਉਂਦੇ ਨੇ ਸਾਰੇ ਪਦਾਰਥ ਕੌੜੇ ਹੋ ਜਾਂਦੇ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿ ਸਥਿਰ ਹੋਵੇ ਰੋਜ਼। ਇਹ ਜੀਵ ਤੈਨੂੰ ਛੁਡਾਉਣ ਵਾਸਤੇ ਵਿਚੋਲਗਿਰੀ ਕੋਈ ਕਰ ਨਹੀਂ ਸਕਦਾ। ਕਿਹਦੇ ਕੋਲ ਰੋਂਦਾ ਹੈ? ਦੁਨੀਆ ਦੇ ਵਿੱਚ ਆਪਾਂ ਕਹਿੰਦੇ ਆ ਫਲਾਣੇ ਬੰਦੇ ਨੂੰ ਕਹੀਏ ਉਹ ਸਾਡੀ ਬਾਂਹ ਫੜ ਲੂ, ਸਾਨੂੰ ਬਚਾ ਲੇਗਾ, ਪਰ ਮਹਾਰਾਜ ਕਹਿੰਦੇ ਨਹੀਂ, ਕੋਈ ਨਹੀਂ ਬਚਾ ਸਕਦਾ। ਇੱਥੇ ਵਿਚੋਲਾ ਕੋਈ ਬਣ ਹੀ ਨਹੀਂ ਸਕਦਾ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼, ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਜੀਵ ਦਾ ਕੀਤਾ ਹੋਇਆ ਹੁੰਦਾ ਵੀ ਕੁਝ ਨਹੀਂ, ਹੋਣਾ ਤਾਂ ਉਹੀ ਹੈ ਜੋ ਕਰਤੇ ਨੇ ਮੱਥੇ ਤੇ ਲੇਖ ਪਾਏ ਹੋਏ, ਸੰਜੋਗ ਲਿਖੇ ਹੋਏ ਹੈ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਜੇ ਕਿਸਮਤ ਖੁੱਲ੍ਹ ਜਾਵੇ, ਭਾਗ ਚੰਗੇ ਹੋਣ, ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ, ਸਾਰੇ ਵਿਛੋੜੇ ਦੂਰ ਹੋ ਜਾਂਦੇ। ਵਡਭਾਗੀ ਮੇਰਾ ਪ੍ਰਭ ਮਿਲੈ ਉਤਰੈ ਸਭ ਵਿਯੋਗ।
ਨਾਨਕ ਕੋ ਪ੍ਰਭ ਮਾਇਆ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਭਾਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ, ਵਾਹਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਨਾਨਕ ਕੋ ਪ੍ਰਭ ਮਾਇਆ ਕਰ, ਨਾਨਕ ਕੋ ਪ੍ਰਭ ਰਾਖ ਲਿਓ ਮੇਰੇ ਸਾਹਿਬ ਬੰਦੀ ਮੋਚ। ਅਰਦਾਸ ਹੈ ਵਾਹਿਗੁਰੂ ਦੇ ਚਰਨਾਂ 'ਚ, ਹੇ ਵਾਹਿਗੁਰੂ ਮੇਰੇ ਤੂੰ ਮੇਰੇ ਬੰਧਨ ਕੱਟ ਦੇ, ਬੰਦੀ ਮੋਚ ਹੈ ਤੂੰ, ਬੰਧਨ ਕੱਟਣ ਵਾਲਾ ਹੈ। ਨਾਨਕ ਕੋ ਪ੍ਰਭ ਰਾਖ ਲਿਓ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੇ ਸਾਧ ਸੰਗ ਬਿਨ ਸਹਿ ਸਭੇ ਸੋਜ। ਕਤਕ ਦੇ ਮਹੀਨੇ 'ਚ ਕਿਸੇ ਜੀਵ ਨੂੰ ਸਾਧੂਆਂ ਮਹਾਂਪੁਰਸ਼ਾਂ ਨਾਮ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹਦੀਆਂ ਸਾਰੀਆਂ ਚਿੰਤਾਵਾਂ, ਉਹਦੇ ਸਾਰੇ ਫਿਕਰ ਡਰ ਮੁੱਕ ਜਾਇਆ ਕਰਦੇ ਹਨ। ਸੋ ਖਾਲਸਾ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਤਕ ਦੇ ਮਹੀਨੇ ਪਰਥਾਏ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਭਾਈ ਸਾਧ ਸੰਗਤ 'ਚ ਹੀ ਰਹਿਣਾ। ਸਾਧ ਸੰਗਤ ਦੀ ਵਾਰਡ ਦੇ ਵਿੱਚ ਜਮਾਂ ਦਾ ਡਰ ਨਹੀਂ ਹੈ, ਵਿਕਾਰਾਂ ਦਾ ਡਰ ਨਹੀਂ ਹੈ, ਪਾਪਾਂ ਦਾ ਡਰ ਨਹੀਂ ਹੈ। ਨਾਮ ਦੇ ਜਪਣ ਵਾਲੇ, ਸਿਮਰਨ ਕਰਨ ਵਾਲੇ ਸਾਧੂਆਂ ਦੀ, ਮਹਾਂਪੁਰਸ਼ਾਂ ਦੀ, ਗੁਰਮੁਖਾਂ ਦੀ, ਗੁਰੂ ਪਿਆਰਿਆਂ ਦੀ, ਗੁਰਸਿੱਖਾਂ ਦੀ ਸੰਗਤ ਹੀ ਮਹਾਰਾਜ ਬਖਸ਼ਣ। ਅਰਦਾਸ ਆਪਾਂ ਰੋਜ਼ ਹੀ ਕਰਦੇ ਹਾਂ, ਸਹੀ ਗੁਰਮੁਖ ਪਿਆਰੇ ਮੇਲੋ ਜੀ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਸੋ ਇਹ ਕਤਕ ਦੇ ਮਹੀਨੇ ਪ੍ਰਥਾਏ ਸੰਖੇਪ ਜੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ ਹੈ। ਆਓ ਹੁਣ ਕਥਾ ਜੋ ਪਿਛਲੇ ਪ੍ਰਕਰਨ ਵਿੱਚ ਆਪਾਂ ਛੱਡੀ ਸੀ, ਬਾਬਾ ਜੀ ਨਵਾਬ ਕਪੂਰ ਸਿੰਘ ਸਾਹਿਬ ਜੀ ਨੂੰ ਨਵਾਬੀ ਦੀ ਪੁਸ਼ਾਕ ਜਦੋਂ ਦੇਣ ਲੱਗੇ ਤਾਂ ਉਸ ਵੇਲੇ ਦਾ ਕੀ ਹਾਲਾਤ ਸੀ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਸਾਰਾ ਖਾਲਸਾ ਪੰਥ ਮੁਖੀ ਸਿੰਘ ਬੈਠੇ ਸਨ। ਜਥੇਦਾਰ ਬਾਬਾ ਦਰਬਾਰਾ ਸਿੰਘ ਜੀ ਦੀਵਾਨ, ਜੋ ਬੜੇ ਸਿਆਣੇ ਸੁਗੜ ਸਮਝਦਾਰ ਸਿੰਘ ਸਨ। ਬਾਬਾ ਜੀ ਨੇ ਬਹੁਤ ਸਮਾਂ ਦਸਮ ਪਾਤਸ਼ਾਹ ਜੀ ਕਲਗੀਧਰ ਦੀ ਸੇਵਾ ਦੀਵਾਨਗੀ ਦੀ ਸ੍ਰੀ ਅਨੰਦਪੁਰ ਸਾਹਿਬ ਕੀਤੀ ਸੀ। ਉਹ ਬਾਬਾ ਦਰਬਾਰਾ ਸਿੰਘ ਜੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਜਥੇਦਾਰ ਦੀ ਹੈਸੀਅਤ 'ਚ ਬੈਠੇ ਹਨ। ਪੰਥ ਸਾਰਾ ਉਹਨਾਂ ਦੇ ਕੋਲ ਬੈਠਾ ਹੈ। ਉਸ ਵੇਲੇ ਇਹ ਖਿਤਾਬੀ ਦਾ ਖਿਲਤ ਜੋ ਨਵਾਬੀ ਦਾ ਆਇਆ ਹੈ, ਇਹ ਖਾਲਸੇ ਨੂੰ ਦੇਣ ਵਾਸਤੇ ਭਾਈ ਸੁਬੇਗ ਸਿੰਘ ਜੀ ਲੈ ਕੇ ਆਏ ਸੂਬੇ ਅਸਲਮ ਖਾਨ ਲਾਹੌਰ ਵੱਲੋਂ। ਸੋ ਹੁਣ ਉਸ ਖਿਤਾਬ ਦੇ ਬਾਰੇ ਸਿੰਘਾਂ ਦੀ ਰਾਏ ਵੱਖਰੀ ਵੱਖਰੀ। ਕੋਈ ਕਹਿੰਦੇ ਆ ਵੀ ਅਸੀਂ ਤਾਂ ਪਾਤਸ਼ਾਹੀ ਲੈਣੀ ਹੈ, ਅਸੀਂ ਇਹ ਖਿਤਾਬ ਲੈਣਾ ਹੀ ਨਹੀਂ, ਨਵਾਬੀ ਅਸੀਂ ਕੀ ਕਰਨੀ ਹੈ। ਕਈ ਕਹਿੰਦੇ ਲੁੱਟ ਲਈਏ। ਭਾਈ ਸੁਬੇਗ ਸਿੰਘ ਜੀ ਕਹਿੰਦੇ ਖਾਲਸਾ ਜੀ, ਇਹ ਜੋ ਭੇਟਾ ਆਈ ਹੈ ਇਹਨੂੰ ਸਵੀਕਾਰ ਕਰਕੇ ਅੱਗੇ ਪਾਤਸ਼ਾਹੀ ਦਾ ਦਾਵਾ ਕਿਹੜਾ ਆਪਾਂ ਛੱਡ ਦੇਣਾ, ਜੋ ਆਉਂਦਾ ਉਹ ਤਾਂ ਰਹਿਣ ਦਿਓ, ਉਹਨੂੰ ਕਿਉਂ ਤੁਸੀਂ ਛੱਡਦੇ ਹੋ। ਸੋ ਇਹ ਹੁਣ ਵਿਚਾਰ ਖਾਲਸੇ ਨੇ ਮੰਨੀ। ਸੁਣੋ ਪਿਆਰ ਨਾਲ ਕਥਾ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਮ ਪਾਤਸ਼ਾਹੀ ਸਤਿਗੁਰ ਦਈ ਹੰਨੈ ਹੰਨੈ ਲਾਈ। ਸਿੰਘ ਕਹਿੰਦੇ ਹਨ ਸਾਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੰਨੇ ਹੰਨੇ ਦੀ ਮੀਰੀ ਦਿੱਤੀ ਹੈ। ਅਸੀਂ ਤਾਂ ਥਾਂ ਥਾਂ ਤੇ ਸੁਤੰਤਰ ਬਾਦਸ਼ਾਹ ਹਾਂ। ਜਹ ਜਹ ਬਹਿ ਜ਼ਮੀਨ ਮਲ ਤਹ ਤਹ ਤਖਤ ਬਣਾਈ। ਉਹ ਅਸੀਂ ਤਾਂ ਜਿੱਥੇ ਜਿੱਥੇ ਜਾ ਕੇ ਜ਼ਮੀਨ ਮੱਲਾਂਗੇ ਉੱਥੇ ਉੱਥੇ ਤਖਤ ਬਣਾ ਲਾਂਗੇ। ਸਾਡੀਆਂ ਤਾਂ ਥਾਂ ਥਾਂ ਤੇ ਪਾਤਸ਼ਾਹੀਆਂ ਹੋਣੀਆਂ ਨੇ। ਚਾਉ ਪਈ ਇਸੀ ਭਾਂਤ ਬਹੁ ਸਿੱਖਣ ਕਹੀ। ਇਸ ਤਰ੍ਹਾਂ ਸਾਰੇ ਸਿੰਘਾਂ ਨੇ ਬਚਨ ਕਹੇ। ਬਹੁਤੇ ਸਿੰਘਾਂ ਦੀ ਇਹੀ ਬੋਲੀ ਸੀ ਵੀ ਅਸੀਂ ਨਵਾਬੀ ਨਹੀਂ ਲੈਣੀ, ਹਮ ਕੋ ਲੋੜ ਨਿਬਾਬੀ ਨਹੀਂ। ਜ਼ਿਆਦਾ ਸਿੰਘ ਇਹੀ ਕਹਿੰਦੇ ਨਵਾਬੀ ਅਸੀਂ ਕੀ ਕਰਨੀ ਹੈ, ਨਵਾਬੀ ਅਸੀਂ ਨਹੀਂ ਲੈਣੀ, ਅਸੀਂ ਪਾਤਸ਼ਾਹੀ ਲੈਣੀ ਹੈ। ਹੁਣ ਮੰਗੀ ਕਦ ਦਈ ਪਤ ਸਾਹੀ। ਔਰ ਇਹ ਜਿਹੜੇ ਤੁਰਕ ਹਨ ਸਾਨੂੰ ਮੰਗਿਆ ਬਾਦਸ਼ਾਹੀ ਕਦੋਂ ਦੇ ਦੇਣਗੇ। ਕਹੂ ਕਿਸੀ ਕੋ ਰਾਜ ਨਾ ਦੇ ਹੈ, ਜੋ ਲਹਿ ਨਿਜ ਬਲ ਸੋ ਲਹਿ। ਮੰਗਿਆ ਰਾਜ ਕਿਸੇ ਨੇ ਨਹੀਂ ਦੇਣਾ। ਪੰਥ ਛੱਡ ਬਹਿਓ ਕਬ ਉਨ ਕੋ ਪਾਹੀ। ਔਰ ਅਸੀਂ ਇਹਨਾਂ ਦੇ ਭਰੋਸੇ ਦੇ ਕਿੰਨੇ ਚਿਰ ਬੈਠੇ ਰਹਾਂਗੇ। ਪੰਥ ਕਦੀ ਦਾਵਾ ਛੱਡਿਆ ਹੀ ਨਹੀਂ ਪੰਥ ਨੇ ਰਾਜ ਕਰਨੇ ਦਾ। ਪੰਥ ਤੁਰਕਨ ਕੋ ਐਸੋ ਮੇਲ। ਸਾਡਾ ਤੇ ਤੁਰਕਾਂ ਦਾ ਮੇਲ ਏਦਾਂ ਦਾ ਹੈ। ਬਰੂਦ ਅਗਨ ਕੋ ਜੈਸੋ ਖੇਲ। ਜਿਵੇਂ ਬਰੂਦ ਤੇ ਅੱਗ ਕਦੀ ਇਕੱਠੇ ਨਹੀਂ ਹੁੰਦੇ, ਜੇ ਇਕੱਠੇ ਹੁੰਦੇ ਆ ਤਾਂ ਧਮਾਕਾ ਹੀ ਹੁੰਦਾ ਹੈ। ਬਰੂਦ ਤੇ ਅੱਗ ਇਕੱਠੇ ਬਹਿ ਨਹੀਂ ਸਕਦੇ, ਨੇੜੇ ਆਉਂਦੇ ਆ ਤੇ ਠਾਹ ਹੁੰਦੀ ਹੈ। ਸੋ ਜੇ ਤੁਰਕਾਂ ਦਾ ਤੇ ਸਾਡਾ ਜਦੋਂ ਵੀ ਮੇਲ ਹੋਏਗਾ ਉਦੋਂ ਕੋਈ ਨਾ ਕੋਈ ਦੰਗਾ ਫਸਾਦ ਜ਼ਰੂਰ ਹੋਏਗਾ। ਕਿਸੈ ਸਿੰਘ ਕੋ ਯਹ ਭੀ ਦੇਹੋ। ਫਿਰ ਸਿਆਣੇ ਕਹਿਣ ਲੱਗੇ ਚਲੋ ਇਹ ਜੋ ਆਈ ਹੈ ਭੇਟਾ ਇਹ ਤਾਂ ਮੰਨੋ ਨਾ, ਸਵੀਕਾਰ ਕਰ ਲਓ।
ਬਾਕੀ ਪਾਤਸ਼ਾਹੀ ਦਾ ਦਾਵਾ ਨਹੀਂ ਛੱਡਣਾ। ਉਹ ਕਹਿੰਦੇ ਠੀਕ ਹੈ, ਫਿਰ ਦਿਓ ਬਈ ਕਿਸੇ ਨੂੰ ਇਹ ਨਵਾਬੀ ਦੀ ਪੱਗ, ਕਿਸੇ ਨੂੰ ਖਿਲਤ ਦਿਓ, ਕਿਸੇ ਸਿੰਘ ਦੇ ਸਿਰ ਤੇ ਬੰਨੋ। ਟਹਿਲ ਕਰਤ ਕਿਸ ਕੋ ਲਖ ਲੇਹੋ। ਜਿਹੜਾ ਪੰਥ ਦੀ ਜ਼ਿਆਦਾ ਕੋਈ ਸੇਵਾ ਕਰ ਰਿਹਾ ਹੈ ਉਹ ਸੇਵਾਦਾਰ ਨੂੰ ਦੇ ਦਿਓ। ਅੱਜ ਕੱਲ੍ਹ ਦੇ ਕਹਿੰਦੇ ਜਿਹੜਾ ਸੇਵਾਦਾਰ ਹੈ ਇਹਨੂੰ ਬਾਹਰ ਕੱਢ ਦਿਓ ਤੇ ਜੋ ਕੁਝ ਹੈ ਸਾਨੂੰ ਦੇ ਦਿਓ। ਪਰ ਉਹ ਸਿੰਘ ਇਹੋ ਜਿਹੇ ਸੀਗੇ, ਉਹ ਕਹਿੰਦੇ ਸੇਵਾਦਾਰ ਨੂੰ ਲੱਭੋ ਕੋਈ ਜਿਹੜਾ ਸੇਵਾ ਕਰਨ ਵਾਲਾ, ਉਹਨੂੰ ਦੇ ਦਿਓ। ਕਪੂਰ ਸਿੰਘ ਥੋ ਟਹਿਲ ਕਮਾਵਤ। ਉਸ ਵੇਲੇ ਕਪੂਰ ਸਿੰਘ ਸੇਵਾ ਕਰ ਰਿਹਾ ਸੀ, ਨਵਾਬ ਕਪੂਰ ਸਿੰਘ ਜਿਹਨਾਂ ਨੂੰ ਆਪਾਂ ਕਹਿੰਦੇ ਆ। ਇਹ ਉਸ ਵੇਲੇ ਗੱਭਰੂ ਪੱਖੇ ਝੱਲਣ ਦੀ ਸੇਵਾ ਪੰਥ ਖਾਲਸੇ 'ਚ ਕਰ ਰਿਹਾ ਸੀ। ਦੌੜ ਦੌੜ ਥੋ ਪੱਖਾ ਝੁਲਾਵਤ। ਦੌੜ ਦੌੜ ਕੇ ਪੱਖਾ ਝੱਲਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਜੇ ਦੀਵਾਨ ਵਿੱਚ। ਉਨ ਝੱਲੀ ਤੇਗ ਥੀ ਸਨਮੁਖ ਕੱਲੈ। ਕੁਝ ਦਿਨ ਪਹਿਲਾਂ ਜੰਗ ਦੇ ਮੈਦਾਨ 'ਚ ਉਹਨੇ ਤਲਵਾਰ ਦਾ ਵਾਰ ਆਪਣੇ ਮੱਥੇ ਤੇ ਸਿਆ ਸੀਗਾ। ਮੱਥੇ ਤੋਂ ਲੈ ਕੇ ਗਲ ਚੀਰ ਕੇ ਤਲਵਾਰ ਲੰਘੀ ਸੀ। ਉਹਦਾ ਕਹਿੰਦੇ ਆ ਵੀ ਨਿਸ਼ਾਨ ਅਜੇ ਜਿਹੜਾ ਉਹ ਅੱਲਾ ਸੀਗਾ, ਜ਼ਖਮ ਉਹਦੇ ਚੋਂ ਲਹੂ ਵਗਦਾ ਸੀ। ਐਸ ਸਜੇ ਜਨ ਸਸ ਮ੍ਰਿਗ ਛੱਲੈ। ਔਰ ਇਸ ਤਰ੍ਹਾਂ ਉਹਦੇ ਮੱਥੇ ਦੇ ਉੱਤੇ ਉਹ ਨਿਸ਼ਾਨ ਸੋਭਦਾ ਸੀ ਜਿਵੇਂ ਕਹਿੰਦੇ ਮਿਰਗਸ਼ਾਲਾ ਸੋਭਦੀ ਚੰਦਰਮਾ ਦੇ ਮੁਖ ਤੇ। ਜ਼ਖਮ ਕੱਚੋ ਥੋ ਲੱਗਿਓ ਤਤਕਾਲ। ਜ਼ਖਮ ਅਜੇ ਕੱਚਾ ਸੀ, ਥੋੜੇ ਦਿਨ ਪਹਿਲਾਂ ਹੀ ਕਿਤੇ ਲੜਾਈ ਵਿੱਚ ਤਲਵਾਰ ਵੱਜੀ ਸੀ। ਕਹੈ ਦੇਖ ਉਸ ਸਿੰਘ ਨਿਹਾਲ। ਬੜਾ ਲੰਮਾ ਉੱਚਾ ਗੱਭਰੂ, ਲਗਭਗ 34-35 ਸਾਲ ਦੀ ਉਦੋਂ ਉਮਰ ਸੀਗੀ, ਤੇ ਉਹ ਪੰਥ ਦੇ ਵਿੱਚ ਪੱਖਾ ਝੱਲਣ ਦੀ ਸੇਵਾ ਕਰ ਰਿਹਾ ਸੀ। ਸਾਰੇ ਸਿੰਘਾਂ ਦੀ ਨਿਗਾਹ ਉਹਦੇ ਤੇ ਪੈ ਗਈ। ਉਹੀ ਬਚਨ ਖਾਲਸੇ ਕੋ ਫੁਰਿਓ। ਉਹ ਬਚਨ ਖਾਲਸੇ ਨੂੰ ਚੇਤੇ ਆ ਗਿਆ ਜਿਹੜਾ ਗੁਰਬਾਣੀ 'ਚ ਲਿਖਿਆ ਹੋਇਆ ਹੈ। ਆਏ ਸਮਾਂ ਸਭ ਸਿੰਘ ਕੋ ਜੁਰਿਓ। ਉਹ ਸਮਾਂ ਬਣ ਗਿਆ ਜੋ ਮਹਾਰਾਜ ਦੀ ਬਾਣੀ 'ਚ ਬਚਨ ਆਉਂਦੇ ਨੇ, ਟਹਿਲ ਮਹਿਲ ਤਾਂਕੋ ਮਿਲੈ ਜਾ ਕੋ ਸਾਧ ਕਿਰਪਾਲ। ਸਦੀਵ ਗੁਨੀਵ ਸੁਹਾਵਣੇ RAM ਨਾਮ ਗ੍ਰਹਿ ਮਾਲ। ਖੇਦ ਨਾ ਦੁਖ ਨਾ ਡਾਨ ਤੇ ਜਾ ਕੋ ਨਦਰ ਕਰੀ। ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਭਰੀ। ਅੱਜ ਉਹ ਭਾ ਗਿਆ ਪੰਥ ਨੂੰ ਕਪੂਰ ਸਿੰਘ। ਹਾਂਜੀ। ਦੋਹਰਾ ਤਹਾਂ ਸਿੰਘ ਇੱਕ ਆਪਨੋ ਪੜਤ ਬਾਣੀ ਗੁਰ ਲਾਲ। ਇੱਕ ਗੁਰਬਾਣੀ ਪੜਨ ਵਾਲਾ ਸਿੰਘ ਦੀਵਾਨ ਵਿੱਚ ਬੈਠਾ ਬਾਣੀ ਪੜ ਰਿਹਾ ਸੀ। ਟਹਿਲ ਮਹਿਲ ਤਾਕਉ ਮਿਲੈ ਜਾ ਕਉ ਸਾਧ ਕਿਰਪਾਲ। 52 ਅੱਖਰੀ ਦੀ ਇਹ ਬਾਣੀ 'ਚ ਸ਼ਲੋਕ ਆ ਰਿਹਾ ਸੀ। ਸ਼ਲੋਕ ਟਹਿਲ ਮਹਿਲ ਤਾਂਕੋ ਮਿਲੈ ਜਾ ਕੋ ਸਾਧ ਕਿਰਪਾਲ। ਇਹ ਗੁਰਬਾਣੀ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਚਾਉ ਪਈ ਸਿੰਘ ਕਪੂਰ ਝੱਲੈ ਪੱਖੋ ਥੋਈ। ਉਸ ਵੇਲੇ ਭਾਈ ਕਪੂਰ ਸਿੰਘ ਪੱਖਾ ਝੱਲ ਰਹੇ ਸਨ ਪੰਥ ਵਿੱਚ। ਕਿਰਪਾ ਨਜ਼ਰ ਪੰਥ ਉਸ ਵੱਲ ਹੋਈ। ਸੋ ਖਾਲਸੇ ਪੰਥ ਦੀ ਨਿਗਾਹ ਉਸ ਨੌਜਵਾਨ ਵੱਲ ਚਲੀ ਗਈ। ਆਵਾਜ਼ ਅਕਾਲੋਂ ਪੰਥ ਹੈ ਸੁਣ ਪਾਈ। ਅਕਾਲ ਪੁਰਖ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘਾਂ ਦੇ ਮਨ 'ਚ ਫੁਰਨਾ ਹੋ ਗਿਆ। ਗੁਰੂ ਗ੍ਰੰਥ ਬਾਚ ਮੰਨ ਲਿਓ ਭਾਈ। ਦੇਖੋ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ, ਟਹਿਲ ਮਹਿਲ ਤਾਂਕੋ ਮਿਲੈ ਜਾ ਕੋ ਸਾਧ ਕਿਰਪਾਲ। ਸਿੰਘੋ ਭਰਾਵੋ ਗੁਰੂ ਦਾ ਬਚਨ ਮੰਨ ਲਓ, ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਉਹ ਮੰਨ ਲਓ। ਟਹਿਲ ਕਰਤ ਇਸ ਮਹਿਲ ਪੁਚਾਵੂ। ਇਹ ਟਹਿਲ ਕਰ ਰਿਹਾ, ਇਹਨੂੰ ਮਹਿਲ ਪਹੁੰਚਾ ਦਿਓ। ਕਪੂਰ ਸਿੰਘ ਕੋ ਸਿਰੋਂ ਪਾਉ ਪਹਿਰਾਵੂ। ਕਪੂਰ ਸਿੰਘ ਨੂੰ ਤੁਸੀਂ ਹੁਣ ਨਵਾਬੀ ਦਾ ਖਿਤਾਬ ਦੇ ਦਿਓ। ਕਹਿਓ ਪੰਥ ਚੱਕੋ ਸਿੰਘ ਭੁਜੰਗੀ। ਤੋ ਬਾਬਾ ਕਪੂਰ ਸਿੰਘ ਜੀ ਨੂੰ ਬੁਲਾਇਆ, ਆਪ ਭੁਜੰਗੀਆ ਤੈਨੂੰ ਅਸੀਂ ਪੰਥ ਦੀ ਨਵਾਬੀ ਦੇ ਦਈਏ। ਅੱਗੋਂ ਭਾਈ ਕਪੂਰ ਸਿੰਘ ਹੱਥ ਜੋੜ ਕੇ ਕਹਿਣ ਲੱਗਾ, ਜੋ ਇਹ ਹੁਕਮ ਖਾਲਸੇ ਪੰਥ ਦਾ ਹੈ। ਕਰ ਕਰ ਕੁਣਸ ਉਸ ਆਖੀ ਚੰਗੀ। ਸਾਰਿਆਂ ਨੂੰ ਨਮਸਕਾਰ ਕਰਕੇ ਖਾਲਸੇ ਪੰਥ ਕੇ ਹੱਥ ਜੋੜ ਕੇ ਇਦਾਂ ਬੋਲਿਆ, ਪੰਜ ਭੁਜੰਗੀਆਂ ਚਰਨੀ ਸੁਹਾਏ। ਠੀਕ ਹੈ, ਜੇ ਤੁਸੀਂ ਮੈਨੂੰ ਨਵਾਬੀ ਦੇਣੀ ਹੈ ਤਾਂ ਇਹ ਨਵਾਬੀ ਦੀ ਦਸਤਾਰ 5 ਭੁਜੰਗੀਆਂ ਦੇ ਪੈਰਾਂ ਨੂੰ ਲਾ ਕੇ ਮੇਰੇ ਸਿਰ ਤੇ ਬੰਨੋ। ਧਰੋ ਸੀਸ ਮੋਹਿ ਪਵਿੱਤਰ ਕਰਾਏ। ਇਹ 5 ਭੁਜੰਗੀਆਂ ਦੇ ਚਰਨਾਂ ਨਾਲ ਛੁਆ ਕੇ ਮੇਰੇ ਸੀਸ ਤੇ ਧਰੋ। ਪਹਿਲਾਂ 5 ਸਿੰਘਾਂ ਦੇ ਪੈਰਾਂ ਨਾਲ ਲੱਗੇਗੀ, ਇਹ ਦਸਤਾਰ ਪਵਿੱਤਰ ਹੋ ਜਾਏਗੀ। ਪੰਜ ਭੁਜੰਗੀਆਂ ਚਰਨ ਬਲ ਪਾਈ। 5 ਭੁਜੰਗੀਆਂ ਦੇ ਚਰਨਾਂ ਜਿਤਨਾ ਬਲ ਹੈ ਕਿ ਉਹਨਾਂ ਦੇ ਚਰਨਾਂ ਨੂੰ ਜਿਹੜੀ ਚੀਜ਼ ਛੂ ਜਾਂਦੀ ਹੈ ਉਹ ਪਾਰਸੀ ਬਣ ਜਾਂਦੀ ਹੈ। ਸਿੰਘ ਸਸੋ ਹੋਏ ਪਰਬਤ ਭੈ ਰਾਈ। ਭਾਵੇਂ ਉਹ ਖਰਗੋਸ਼ ਹੋਵੇ ਨਿੱਕਾ ਜਿਹਾ ਸਸਾ, ਉਹ ਵੀ ਕਹਿੰਦੇ ਸ਼ੇਰ ਬਣ ਜਾਂਦਾ ਹੈ, ਤੇ ਰਾਈ ਪਹਾੜ ਬਣ ਜਾਂਦੀ ਹੈ।
ਜੇ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੂਹ ਜਾਵੇ। ਕਹਿਣ ਦਾ ਮਤਲਬ ਹੈ ਵੀ ਪੰਜਾਂ 'ਚ ਗੁਰੂ ਨਾਨਕ ਵਰਤਦੇ, ਗੁਰੂ ਗੋਬਿੰਦ ਸਿੰਘ ਵਰਤਦੇ। ਪੰਚੋਂ ਮੈਂ ਨਿਤ ਵਰਤਤ ਮੈਂ ਹੋ, ਪੰਚ ਮਿਲੈ ਸੇ ਪੀਰਨ ਪੀਰ। ਉਹ ਪੀਰਾਂ ਦੇ ਪੀਰ ਹਨ ਜਿੱਥੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਸੋ ਖਾਲਸਾ ਜੀ, ਇਹ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੁਹਾ ਕਰਕੇ ਇਹ ਦਸਤਾਰ ਸਜਾਈ ਜਾਵੇ। ਬਾਜਨ ਕੋ ਚਿੜੀਆਂ ਤੋਰ ਖਾਹੇ। ਜੇ ਬਾਜਾਂ ਨੂੰ ਚਿੜੀਆਂ ਤੋੜ ਸਕਦੀਆਂ ਤੇ ਉਹ ਪੰਜਾਂ ਸਿੰਘਾਂ ਦੀ ਕਿਰਪਾ ਨਾਲ ਹੈ। ਮਹਾਰਾਜ 10ਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ, ਚਿੜੀਆਂ ਤੋਂ ਬਾਜ ਤੁੜਾਏ ਨੇ, ਉਹ ਪੰਜਾਂ ਦੀ ਕਲਾ ਵਰਤੀ ਹੈ। ਹਾਂਜੀ। ਪਾਵੈ ਖਾਲਸੋ ਬਲ ਜਿਹ ਮਾਹੇ। ਜਿਹਦੇ ਵਿੱਚ ਖਾਲਸਾ ਪੰਥ ਬਲ ਪਾ ਦੇਵੇ, ਪੰਜ ਸਿੰਘ ਥਾਪੀ ਦੇ ਦੇਣ, ਸਮਝੋ ਉਹਦੇ ਵਿੱਚ ਗੁਰੂ ਦੀ ਕਲਾ ਵਰਤ ਜਾਂਦੀ ਹੈ। ਉਹਦੇ ਵਿੱਚ ਇਤਨਾ ਬਲ ਆ ਜਾਂਦਾ, ਉਹ ਚਿੜੀਆਂ ਤੋਂ ਬਾਜ, ਗਿੱਦੜੋਂ ਸ਼ੇਰ ਬਣ ਜਾਂਦਾ। ਹੋਏ ਪ੍ਰਸੰਨ ਬਿਦ ਖਾਲਸਾ ਕਰੀ। ਤੋ ਇਸ ਪ੍ਰਕਾਰ ਖਾਲਸੇ ਪੰਥ ਪ੍ਰਸੰਨਤਾ ਦੇ ਨਾਲ ਪੁਸ਼ਾਕ ਨਿਬਾਬੀ ਕਪੂਰ ਸਿੰਘ ਸਿਰ ਧਰੀ। ਪੰਜਾਂ ਸਿੰਘਾਂ ਨੇ ਖੁਸ਼ ਹੋ ਕੇ ਆਪਣੇ ਹੱਥੀਂ ਬਾਬੇ ਕਪੂਰ ਸਿੰਘ ਨੂੰ, ਜਿਹੜੀ ਨੌਜਵਾਨ ਸਿੰਘ ਫੌਜ ਸੀਗੀ, ਉਹਦੇ ਸਿਰ ਦੇ ਉੱਤੇ ਨਵਾਬੀ ਦਾ ਦੁਮਾਲਾ ਚੜਾ ਦਿੱਤਾ ਤੇ ਚੋਲਾ ਉਹਦੇ ਗਲ ਪਾ ਕੇ ਕਮਰ ਕਸਾ ਕਰਾ ਦਿੱਤਾ। ਦੋਹਰਾ ਕਪੂਰ ਸਿੰਘ ਨਵਾਬੀ ਭਈ, ਤਉ ਸਿੰਘਨ ਵਧਿਓ ਪ੍ਰਤਾਪ। ਜਦੋਂ ਕਪੂਰ ਸਿੰਘ ਨੂੰ ਨਵਾਬੀ ਹੋ ਗਈ ਤੇ ਉਦੋਂ ਖਾਲਸੇ ਦਾ ਪ੍ਰਤਾਪ ਬਹੁਤ ਵੱਧ ਗਿਆ। ਦੁਨੀਆ 'ਚ ਪਤਾ ਲੱਗ ਗਿਆ ਵੀ ਹੁਣ ਪੰਜਾਬ ਦੇ ਰਾਜ ਵਿੱਚ ਸਿੱਖਾਂ ਦਾ ਵੀ ਬਰਾਬਰ ਦਾ ਅਧਿਕਾਰ ਹੋ ਗਿਆ। ਤੇ ਇੱਕ ਨਵਾਬ ਸਿੱਖਾਂ ਦਾ, ਇੱਕ ਲਾਹੌਰ ਦਾ ਮੁਸਲਮਾਨ ਅਸਲਮ ਖਾਨ ਹੈ। ਇਹ ਦੋਵੇਂ ਹੀ ਪੰਜਾਬ ਦੇ ਮਾਲਕ ਹਨ। ਜਦੋਂ ਸਿੰਘਾਂ ਦੀ ਨਵਾਬੀ